ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਸਾਜਰੀ ਗੁਰੂ ਪਿਆਰੀ ਸਾਧ ਸੰਗਤ ਜੀ, ਇਹ ਜੋ ਪਾਵਨ ਪਿੱਤਰ ਸ਼ਬਦ ਦੀ ਵਿਚਾਰ ਆਪ ਜੀ ਸਰਵਣ ਕਰਨ ਜਾ ਰਹੇ ਹੋ, ਭਗਤ ਨਾਮਦੇਵ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਪਿੱਤਰ ਸ਼ਬਦ ਆਸਾ ਬਾਣੀ ਸ੍ਰੀ ਨਾਮਦੇਵ ਜੀ ਦੇ ਸਰਲੇਖ ਹੇਠ ਜੁਗੋ ਜੁਗ ਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 485 ਉੱਤੇ ਅੰਕਿਤ ਹੈ। ਇਸ ਪਾਵਨ ਪਿੱਤਰ ਸ਼ਬਦ ਵਿੱਚ ਧੰਨ ਬਾਬਾ ਨਾਮਦੇਵ ਜੀ ਅਕਾਲ ਪੁਰਖ ਦੀ ਸਿਫਤ ਸਲਾਹ ਕਰਦੇ ਹੋਏ ਸਾਨੂੰ ਸੰਸਾਰੀ ਜੀਵਾਂ ਨੂੰ ਉਸ ਅਕਾਲ ਪੁਰਖ ਦੇ ਚਰਨਾਂ ਨਾਲ ਜੁੜਨ ਦਾ ਉਪਦੇਸ਼ ਦਿੰਦੇ ਹੋਏ ਆਪਣੀ ਪਾਵਨ ਪਵਿੱਤਰ ਬਾਣੀ ਵਿੱਚ ਉਪਦੇਸ਼ ਕਰਦੇ ਹਨ। ਸੋ ਭਗਤ ਨਾਮਦੇਵ ਜੀ ਇਸ ਸ਼ਬਦ ਵਿੱਚ ਅਕਾਲ ਪੁਰਖ ਦੀ ਸਰਬ ਵਿਆਪਤਾ ਨੂੰ ਬਿਆਨ ਕਰਦੇ ਹੋਏ ਆਪਣੀ ਬਾਣੀ ਵਿੱਚ ਉਪਦੇਸ਼ ਕਰਦੇ ਹਨ। ਏਕ ਅਨੇਕ ਵਿਆਪਕ ਪੂਰਕ ਜਤ ਦੇਖੋ ਤਤ ਸੋਈ, ਕਿ ਇੱਕ ਹੀ ਅਕਾਲ ਪੁਰਖ ਸਾਰੇ ਥਾਵਾਂ 'ਤੇ ਵਿਆਪਕ ਹੋਇਆ, ਸਰਬਵਿਆਪੀ ਹੋ ਕੇ ਵਰਤ ਰਿਹਾ ਹੈ। ਜਿਸ ਤਰ੍ਹਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੀ ਜਾਪ ਸਾਹਿਬ ਦੀ ਬਾਣੀ ਵਿੱਚ ਕਹਿੰਦੇ ਹਨ, ਏਕ ਕਿ ਅਕਾਲ ਪੁਰਖ ਜਿਹੜਾ ਹੈ, ਏਕ ਰੂਪ ਅਨੇਕ ਦਰਸ਼ਨ, ਕੀਨ ਰੂਪ ਅਨੇਕ, ਖੇਲ ਖੇਲ ਅਖੇਲ ਖੇਲਨ, ਅੰਤ ਕੋ ਫਿਰ ਏਕ, ਕਿ ਪ੍ਰਭੂ ਇੱਕ ਹੈ ਅਤੇ ਜਦੋਂ ਆਪਣਾ ਸਰਗਣ ਸਰੂਪ ਧਾਰਨ ਕਰਦਾ ਹੈ ਉਹਦੇ ਅਨੇਕਾਂ ਰੂਪ ਹੋ ਜਾਂਦੇ ਹਨ। ਜਦੋਂ ਫਿਰ ਪਰਮਾਤਮਾ ਸ੍ਰਿਸ਼ਟੀ ਨੂੰ ਆਪਣੇ ਵਿੱਚ ਸਮੇਟ ਲੈਂਦਾ ਹੈ, ਨਿਰਗੁਣ ਸਰੂਪ ਰਹਿ ਜਾਂਦਾ ਹੈ, ਅਤੇ ਉਦੋਂ ਅਕਾਲ ਪੁਰਖ ਦਾ ਇੱਕ ਰੂਪ ਹੁੰਦਾ ਹੈ। ਗੁਰੂ ਸਾਹਿਬ ਜੀ ਉਪਦੇਸ਼ ਕਰਦੇ ਹਨ, ਏਕ ਰੂਪ ਅਨੇਕ ਦਰਸ਼ਨ, ਕੀਨ ਰੂਪ ਅਨੇਕ, ਖੇਲ ਖੇਲ ਅਖੇਲ ਖੇਲਨ, ਅੰਤ ਕੋ ਫਿਰ ਏਕ। ਬਹੁਤੇ ਰੂਪਾਂ ਵਿੱਚ ਹੁੰਦਾ ਹੈ ਪ੍ਰਭੂ, ਫਿਰ ਇੱਕ ਰੂਪ ਹੋ ਜਾਂਦਾ ਹੈ। ਤਿਵੇਂ ਭਗਤ ਨਾਮਦੇਵ ਜੀ ਆਪਣੀ ਬਾਣੀ 'ਚ ਉਪਦੇਸ਼ ਕਰਦੇ ਹਨ, ਏਕ ਅਨੇਕ ਵਿਆਪਕ ਪੂਰਕ ਜਤ ਦੇਖੋ ਤਤ ਸੋਈ, ਕਿ ਇੱਕ ਹੀ ਅਕਾਲ ਪੁਰਖ ਅਨੇਕਾਂ ਰੂਪਾਂ ਦੇ ਵਿੱਚ ਹੁੰਦਾ ਹੋਇਆ ਸਰਬਵਿਆਪੀ ਹੋ ਕੇ ਸੰਸਾਰ ਉੱਤੇ ਵਰਤ ਰਿਹਾ ਹੈ। ਜਿਸ ਪਾਸੇ ਵੱਲ ਮੈਂ ਦੇਖਦਾ ਹਾਂ ਉਹ ਮੇਰਾ ਪ੍ਰਭੂ ਪਿਆਰਾ ਹਰ ਪਾਸੇ ਮੈਨੂੰ ਦਿਸ ਰਿਹਾ ਹੈ, ਹਰ ਪਾਸੇ ਉਹਦੇ ਦਰਸ਼ਨ ਹੋ ਰਹੇ ਹਨ। ਉਹ ਪ੍ਰਮਾਤਮਾ ਸਰਗਣ ਸਰੂਪ ਹੁੰਦਾ ਹੋਇਆ ਹਰੇਕ ਜੀਵ ਵਿੱਚ ਸਮਾਇਆ ਹੋਇਆ ਹੈ। ਘਟ ਘਟ ਮੇ ਹਰ ਜੂ ਵਸੇ, ਸੰਤਨ ਕਹਿਓ ਪੁਕਾਰ ਹਰੇਕ ਘਟ, ਹਿਰਦੇ ਦੇ ਵਿੱਚ ਉਹ ਪ੍ਰਮਾਤਮਾ ਜਿਹੜਾ ਸਮਾਇਆ ਹੋਇਆ ਹੈ। ਭਗਤ ਨਾਮਦੇਵ ਜੀ ਆਪਣੀ ਬਾਣੀ 'ਚ ਉਪਦੇਸ਼ ਕਰਦੇ ਹਨ, ਮਾਇਆ ਚਿੱਤਰ ਬਚਿੱਤਰ ਮਮੋਹਤ, ਬਿਰਲਾ ਬੂਝੇ ਕੋਈ, ਕਿ ਪ੍ਰਮਾਤਮਾ ਨੇ ਸ੍ਰਿਸ਼ਟੀ ਦੀ ਸਾਜਨਾ ਕਰਦੇ ਸਮੇਂ ਸੰਸਾਰ ਉੱਤੇ ਜੋ ਆਪਣੀ ਮਾਇਆ ਰਚੀ ਹੋਈ ਹੈ ਅਤੇ ਸੰਸਾਰੀ ਜੀਵ ਇਸ ਮਾਇਆ ਦੇ ਮੋਹ ਵਿੱਚ ਫਸੇ ਹੋਏ ਹਨ ਅਤੇ ਪਰਮਾਤਮਾ ਤੋਂ ਭੁੱਲੇ ਹੋਏ ਹਨ। ਗੁਰੂ ਸਾਹਿਬ ਜੀ ਕਹਿੰਦੇ ਹਨ, ਜਿਨ੍ਹਾਂ ਉੱਤੇ ਅਕਾਲ ਪੁਰਖ ਦੀ ਰਹਿਮਤ ਹੁੰਦੀ ਹੈ, ਜਿਨ੍ਹਾਂ ਨੂੰ ਪਰਮਾਤਮਾ ਮੋਹ ਮਾਇਆ ਦੇ ਜਾਲ ਵਿੱਚੋਂ ਬਾਹਰ ਕੱਢ ਦਿੰਦਾ ਹੈ, ਉਹਨਾਂ ਨੂੰ ਹੀ ਪਰਮਾਤਮਾ ਦੀ ਸੋਝੀ ਆਉਂਦੀ ਹੈ। ਕੋਈ ਬਿਰਲਾ ਹੈ ਸੰਸਾਰ 'ਤੇ ਗੁਰਮ ਪਿਆਰਾ, ਜਿਸ ਉੱਤੇ ਅਕਾਲ ਪੁਰਖ ਦੀ ਕਿਰਪਾ ਰਹਿਮਤ ਹੁੰਦੀ ਹੈ ਅਤੇ ਉਹ ਪਰਮਾਤਮਾ ਦੀ ਜੋਤ ਨੂੰ ਪਛਾਣਦਾ ਹੈ। ਭਗਤ ਨਾਮਦੇਵ ਜੀ ਕਹਿੰਦੇ ਹਨ, ਮਾਇਆ ਚਿੱਤਰ ਵਿਚਿੱਤਰ ਬਮੋਹਤ, ਬਿਰਲਾ ਬੂਝੇ ਕੋਈ, ਕਿ ਸਾਰੇ ਸੰਸਾਰ ਉੱਤੇ ਮਾਇਆ ਦਾ ਜਾਲ ਵਿਛਿਆ ਹੋਇਆ ਹੈ। ਮਾਇਆ ਅਨੇਕਾਂ ਪ੍ਰਕਾਰਾਂ ਦੇ ਨਾਲ ਜੀਵਨ ਨੂੰ ਠੱਗ ਰਹੀ ਹੈ। ਇਸ ਕਰਕੇ ਗੁਰਬਾਣੀ ਵਿੱਚ ਮਾਇਆ ਨੂੰ ਠੱਗ ਬੂਟੀ ਵੀ ਕਿਹਾ ਗਿਆ ਹੈ। ਸਾਰੇ ਜੀਵ ਸੰਸਾਰ ਦੇ ਮੋਹ ਵਿੱਚ ਫਸੇ ਹੋਏ, ਮੋਹ ਮਾਇਆ ਦੇ ਜਾਲ ਵਿੱਚ ਫਸੇ ਹੋਏ ਹਨ। ਕੋ ਵਿਰਲਾ ਹੀ ਗੁਰਮੁਖ ਪਿਆਰਾ ਇਸ ਤੋਂ ਉੱਪਰ ਉੱਠਦਾ ਹੈ, ਜਿਸ ਨੂੰ ਪਰਮਾਤਮਾ ਦੀ ਸੋਝੀ ਆਉਂਦੀ ਹੈ। ਅਤੇ ਗੁਰੂ ਸਾਹਿਬ ਜੀ ਭਗਤ ਨਾਮਦੇਵ ਜੀ ਉਪਦੇਸ਼ ਕਰਦੇ ਹਨ, ਮਾਇਆ ਚਿੱਤਰ ਵਿਚਿੱਤਰ ਮੋਹਤ, ਬਿਰਲਾ ਬੂਝੇ ਕੋਈ। ਇਸ ਕਰਕੇ ਕੋਈ ਵਿਰਲਾ ਹੀ ਗੁਰਮੁਖ ਪਿਆਰਾ ਹੈ, ਜਿਸ ਨੂੰ ਪਰਮਾਤਮਾ ਦੀ ਨਾਮ ਦੀ ਪਛਾਣ ਆਉਂਦੀ ਹੈ। ਭਗਤ ਨਾਮਦੇਵ ਜੀ ਆਪਣੀ ਬਾਣੀ ਉਪਦੇਸ਼ ਕਰਦੇ ਹਨ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਹਰ ਪਾਸੇ ਮੇਰਾ ਗੋਬਿੰਦ ਪ੍ਰਭੂ, ਧਰਤੀ ਦਾ ਮਾਲਕ, ਧਰਤੀ ਦੀ ਸਾਜਨਾ ਕਰਨ ਵਾਲਾ ਗੋਪਾਲ ਪ੍ਰਭੂ, ਗੋਬਿੰਦ ਪ੍ਰਭੂ
ਹਰ ਥਾਂ ਸਮਾਇਆ ਹੋਇਆ ਹੈ। ਜਿਵੇਂ ਭਗਤ ਰਾਮਦੇਵ ਜੀ ਆਪਣੀ ਬਾਣੀ ਵਿੱਚ ਉਪਦੇਸ਼ ਕਰਦੇ ਹਨ, ਈਬੇ ਬੀਠਲ ਊਬੇ ਬੀਠਲ, ਬੀਠਲ ਬਿਨ ਸੰਸਾਰ ਨਹੀਂ, ਕਿ ਮੇਰੇ ਪ੍ਰਮਾਤਮਾ ਤੋਂ ਬਿਨਾਂ ਕੋਈ ਐਸੀ ਜਗ੍ਹਾ ਖਾਲੀ ਨਹੀਂ ਜਿੱਥੇ ਉਹਦਾ ਵਾਸਾ ਨਾ ਹੋਵੇ। ਇਸ ਕਰਕੇ ਹਰ ਸਮੇਂ ਹਰ ਥਾਂ ਤੇ ਹਰ ਪਾਸੇ ਪ੍ਰਮਾਤਮਾ ਜਿਹੜਾ ਹੋਇਆ ਸਮਾਇਆ ਹੋਇਆ ਦਿਸ ਰਿਹਾ ਹੈ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਕੋਈ ਐਸਾ ਜੀਵ ਨਹੀਂ ਜਿਹਦੇ ਵਿੱਚ ਮੇਰੇ ਗੋਬਿੰਦ ਪ੍ਰਭੂ ਦਾ ਵਾਸਾ ਨਾ ਹੋਵੇ। ਧੰਨ ਭਗਤ ਨਾਮਦੇਵ ਜੀ ਆਪਣੀ ਬਾਣੀ ਵਿੱਚ ਉਪਦੇਸ਼ ਕਰਦੇ ਹਨ, ਜਿਸ ਤਰ੍ਹਾਂ ਇੱਕ ਸੂਤਰ ਦੇ ਧਾਗੇ ਦੇ ਵਿੱਚ 7000 ਮਣਕੇ ਪਰੋਏ ਜਾ ਸਕਦੇ ਹਨ। ਬਾਬਾ ਨਾਮਦੇਵ ਜੀ ਕਹਿੰਦੇ ਹਨ, ਸੂਤ ਏਕ ਮਨ ਸਤ ਸਹੰਸ ਜੈਸੇ, ਪੋਤ ਪੋਤ ਪ੍ਰਭ ਸੋਈ, ਕਿ ਇੱਕ ਸੂਤਰ ਦੇ ਧਾਗੇ ਵਿੱਚ ਘੱਟ ਤੋਂ ਘੱਟ 7000 ਮਣਕੇ ਪਰੋਏ ਜਾ ਸਕਦੇ ਹਨ। ਜਿਸ ਤਰ੍ਹਾਂ ਤਾਣਾ ਪੇਟਾ ਬਣ ਕੇ ਮਿਲ ਕੇ ਇੱਕ ਕੱਪੜਾ ਬਣਦਾ ਹੈ, ਇਸ ਤਰ੍ਹਾਂ ਹੀ ਪ੍ਰਮਾਤਮਾ ਜਿਹੜਾ ਭਾਈ ਉਹ ਸਾਰੇ ਸੰਸਾਰ ਵਿੱਚ ਜੀਵਾਂ ਵਿੱਚ ਰਮਿਆ ਹੋਇਆ, ਧਰਤੀ ਦੇ ਹੜ ਕਿਣਕੇ ਵਿੱਚ, ਬਨਸਪਤੀ ਵਿੱਚ ਸਮਾਇਆ ਹੋਇਆ ਹੈ। ਕੋਈ ਐਸਾ ਥਾਂ ਨਹੀਂ ਜਿੱਥੇ ਪ੍ਰਭੂ ਦਾ ਵਾਸਾ ਨਾ ਹੋਵੇ। ਧੰਨ ਬਾਬਾ ਨਾਮਦੇਵ ਜੀ ਕਹਿੰਦੇ ਹਨ, ਜਲ ਤਰੰਗ ਅਰ ਫੇਨ ਬੁੱਧ ਬੁਧਾ, ਜਲ ਤੇ ਭਿੰਨ ਨਾ ਹੋਈ। ਜਿਸ ਤਰ੍ਹਾਂ ਪਾਣੀ ਦੀਆਂ ਤਰੰਗਾਂ ਜਲ ਵਿੱਚ ਉੱਠਦੀਆਂ ਹਨ ਤੇ ਪਾਣੀ ਵਿੱਚ ਜਾ ਕੇ ਸਮਾ ਜਾਂਦੀਆਂ ਹਨ, ਜਿਸ ਤਰ੍ਹਾਂ ਬਾਰਿਸ਼ ਹੋਣ ਤੇ ਧਰਤੀ ਤੇ ਹਵਾ ਦੇ ਨਾਲ ਪਾਣੀ ਦੇ ਬੁਲਬੁਲੇ ਬਣਦੇ ਹਨ ਤੇ ਫਿਰ ਹਵਾ ਦੇ ਨਾਲ ਹੀ ਪਾਣੀ ਦੇ ਬੁਲਬੁਲੇ ਬੁੱਝ ਜਾਂਦੇ ਹਨ ਤੇ ਉਹ ਬੁਲਬੁਲੇ ਜਿਹੜੇ ਪਾਣੀ ਦੇ ਫਿਰ ਪਾਣੀ ਵਿੱਚ ਸਮਾ ਜਾਂਦੇ ਹਨ। ਜਲ ਤਰੰਗ ਜੋ ਜਲੇ ਸਮਾਇਆ, ਤੋ ਜੋਤੀ ਸੰਗ ਜੋਤ ਮਿਲਾਇਆ। ਜਿਸ ਤਰ੍ਹਾਂ ਪਾਣੀ ਦੀਆਂ ਤਰੰਗਾਂ ਪਾਣੀ ਵਿੱਚੋਂ ਉੱਠਦੀਆਂ ਹਨ, ਪਾਣੀ ਦੀਆਂ ਲਹਿਰਾਂ ਸਮੁੰਦਰ ਵਿੱਚੋਂ ਉੱਠਦੀਆਂ ਹਨ, ਫਿਰ ਸਮੁੰਦਰ ਵਿੱਚ ਜਾ ਕੇ ਸਮਾ ਜਾਂਦੀਆਂ ਹਨ। ਇਸ ਤਰ੍ਹਾਂ ਹੀ ਪਰਮਾਤਮਾ ਦੀ ਇਹ ਰਚਨਾ ਹੈ ਜੋ ਸ੍ਰਿਸ਼ਟੀ ਦੇ ਜੀਵ ਸੰਸਾਰ 'ਤੇ ਪਰਮਾਤਮਾ ਤੋਂ ਵਿਛੜ ਕੇ ਆਉਂਦੇ ਹਨ, ਫਿਰ ਆਪਣੀ ਸਵਾਸਾਂ ਰੂਪੀ ਪੂੰਜੀ ਪੂਰੀ ਕਰਕੇ ਸੰਸਾਰ ਤੋਂ ਕੂਚ ਕਰਕੇ ਪਰਮਾਤਮਾ ਵਿੱਚ ਜਾ ਕੇ ਸਮਾ ਜਾਂਦੇ ਹਨ। ਜਿਸ ਤਰ੍ਹਾਂ ਪਾਣੀ ਦੀਆਂ ਤਰੰਗਾਂ ਪਾਣੀ ਵਿੱਚੋਂ ਨਿਕਲ ਕੇ ਪਾਣੀ ਵਿੱਚ ਸਮਾ ਜਾਂਦੀਆਂ, ਇਸ ਤਰ੍ਹਾਂ ਸਮੁੱਚਾ ਸੰਸਾਰ ਜਿਹੜਾ ਪਰਮਾਤਮਾ ਵਿੱਚ ਸਮਾਇਆ ਹੋਇਆ ਹੈ ਤੇ ਪ੍ਰਭੂ ਆਪਣੇ ਜੀਵਾਂ ਵਿੱਚ ਸਰਵਵਿਆਪੀ ਹੋ ਕੇ ਵਰਤ ਰਿਹਾ ਹੈ। ਜਲ ਤਰੰਗ ਅਰ ਫੇਨ ਬੁਦਬੁਦਾ, ਜਲ ਤੇ ਭਿੰਨ ਨਾ ਹੋਈ। ਜਲ ਦੀਆਂ ਤਰੰਗਾਂ ਤੇ ਪਾਣੀ ਵਿੱਚ ਪੈਂਦੇ ਹੋਏ ਬੁਲਬੁਲੇ ਉਹ ਪਾਣੀ ਤੋਂ ਵੱਖਰੇ ਨਹੀਂ ਹੋ ਸਕਦੇ। ਇਸ ਤਰ੍ਹਾਂ ਪ੍ਰਭੂ ਤੋਂ ਬਣੇ ਹੋਏ ਜੀਵ ਜਿਹੜੇ ਹਨ ਉਹ ਪਰਮਾਤਮਾ ਤੋਂ ਅਲੱਗ ਨਹੀਂ ਹੋ ਸਕਦੇ। ਧੰਨ ਬਾਬਾ ਨਾਮਦੇਵ ਜੀ ਆਪਣੀ ਬਾਣੀ ਵਿੱਚ ਉਪਦੇਸ਼ ਕਰਦੇ ਹਨ, ਇਹੋ ਪ੍ਰਪੰਚ ਪਾਰ ਬ੍ਰਹਮ ਕੀ ਲੀਲਾ, ਇਹੋ ਹੀ ਵਿਧੀ ਮੇਰੇ ਅਕਾਲ ਪੁਰਖ ਦੀ ਹੈ ਜੋ ਪਰਮਾਤਮਾ ਨੇ ਸ੍ਰਿਸ਼ਟੀ ਦੀ ਸਾਜਨਾ ਕੀਤੀ ਹੈ। ਤੇ ਗੁਰੂ ਬਾਬਾ ਨਾਮਦੇਵ ਜੀ ਕਹਿੰਦੇ ਹਨ, ਇਹੋ ਪ੍ਰਪੰਚ ਪਾਰ ਬ੍ਰਹਮ ਕੀ ਲੀਲਾ, ਵਿਚਰਤ ਆਨ ਨਾ ਕੋਈ, ਕਿ ਪਰਮਾਤਮਾ ਤੋਂ ਕੋਈ ਦੂਰ ਨਹੀਂ ਹੈ। ਸਾਰੇ ਜੀਵ ਪਰਮਾਤਮਾ ਦੇ ਬਣਾਏ ਹੋਏ ਹਨ ਤੇ ਪਰਮਾਤਮਾ ਪ੍ਰਭੂ ਆਪਣੇ ਜੀਵਾਂ ਵਿੱਚ ਸਮਾਇਆ ਹੋਇਆ ਸਰਵ ਹੋ ਕੇ ਸਰਵਵਿਆਪੀ ਹੋ ਕੇ ਵਰਤ ਰਿਹਾ ਹੈ। ਭਗਤ ਨਾਮਦੇਵ ਜੀ ਆਪਣੀ ਬਾਣੀ ਵਿੱਚ ਉਪਦੇਸ਼ ਕਰਦੇ ਹਨ ਕਿ ਸਮੁੱਚਾ ਸੰਸਾਰ ਇੱਕ ਮਿਥਿਆ ਹੋਇਆ ਝੂਠਾ ਹੈ, ਇੱਕ ਸੁਪਨੇ ਦੀ ਨਿਆਈ ਹੈ, ਇੱਕ ਬਾਦਲ ਦੀ ਪਰਛਾਵੇਂ ਵਾਂਗਰ ਥੋੜ੍ਹਾ ਚਿਰ ਸੰਸਾਰ ਉੱਤੇ ਜਿੱਦਾਂ ਬੱਦਲ ਦਾ ਪਰਛਾਵਾਂ ਪੈਂਦਾ ਹੈ ਤੇ ਹਵਾ ਆਉਣ ਨਾਲ ਬੱਦਲ ਉੱਡ ਜਾਂਦੇ ਹਨ, ਫਿਰ ਧਰਤੀ 'ਤੇ ਬੱਦਲਾਂ ਦਾ ਪਰਛਾਵਾਂ ਖਤਮ ਹੋ ਜਾਂਦਾ ਹੈ। ਇਸੇ ਤਰ੍ਹਾਂ ਨਾਮ ਦੇ ਭਗਤ ਜੀ ਆਪਣੀ ਬਾਣੀ 'ਚ ਉਪਦੇਸ਼ ਕਰਦੇ ਹਨ ਕਿ ਝੂਠਾ ਸੰਸਾਰ ਮਿਥਿਆ ਹੋਇਆ ਹੈ, ਇੱਕ ਸੁਪਨੇ ਦੀ ਨਿਆਈ ਹੈ ਜੋ ਖਤਮ ਹੋ ਜਾਣ ਵਾਲਾ ਹੈ। ਪਰ ਸੰਸਾਰੀ ਜੀਵਾਂ ਨੇ ਇਸ ਸੰਸਾਰ ਨੂੰ ਤੇ ਇਸ ਸੰਸਾਰ ਵਿੱਚ ਪੈਦਾ ਹੋਣੇ ਪਦਾਰਥਾਂ ਨੂੰ ਸੱਚਾ ਕਰਕੇ ਮੰਨ ਲਿਆ ਹੈ, ਸਦੀਵੀ ਮੰਨ ਲਿਆ ਹੈ, ਤਾਂ ਜੀਵ ਜਿਹੜੇ ਇਹਦੇ ਮੋਹ ਵਿੱਚ ਫਸੇ ਰਹਿੰਦੇ ਹਨ। ਭਗਤ ਨਾਮਦੇਵ ਜੀ ਕਹਿੰਦੇ ਹਨ, ਮਿਥਿਆ ਭਰਮ ਅਰ ਸੁਪਨ ਮਨੋਰਥ, ਸਤ ਪਦਾਰਥ ਜਾਣਿਆ। ਮਿਥਿਆ ਹੋਇਆ ਝੂਠਾ ਭਰਮਾਂ ਦਾ ਮੋਹ ਇੱਕ ਸੁਪਨੇ ਦੀ ਨਿਆਈ ਹੈ ਤੇ ਜੀਵਾਂ ਨੇ ਇਹ ਜਿਹੜੇ ਦੁਨੀਆ ਦੇ ਪਦਾਰਥ ਹਨ ਇਹਨਾਂ ਨੂੰ ਸਦੀਵੀ ਸਮਝ ਲਿਆ ਹੈ, ਸੱਚਾ ਕਰਕੇ ਮੰਨ ਲਿਆ ਹੈ। ਅਸਲ ਵਿੱਚ ਬਿਨਸ ਜਾਣ ਵਾਲੇ ਤੇ ਖਤਮ ਹੋ ਜਾਣ ਵਾਲੇ ਹਨ। ਧੰਨ ਬਾਬਾ ਨਾਮਦੇਵ ਜੀ ਆਪਣੀ ਬਾਣੀ 'ਚ ਉਪਦੇਸ਼ ਕਰਦੇ ਹਨ, ਸੁਕਰਤ ਮਨਸਾ ਗੁਰ ਉਪਦੇਸੀ, ਜਾਗਤ ਹੀ ਮਨ ਮਾਨਿਆ। ਜਦੋਂ ਗੁਰੂ ਦੇ ਉਪਦੇਸ਼ ਨੂੰ ਮਨ ਵਿੱਚ ਧਾਰਨ ਕੀਤਾ, ਸੱਚੀ ਸੁੱਚੀ ਕਿਰਤ ਕੀਤੀ, ਤਾਂ ਹੀ ਸਾਡਾ ਮਨ ਜਿਹੜਾ ਹੈ ਪ੍ਰਭੂ ਦੇ ਪ੍ਰਤੀ ਜਾਗਰਤ ਹੋਇਆ ਹੈ, ਸੁਚੇਤ ਹੋਇਆ ਹੈ ਤੇ ਗੁਰੂ ਦੇ ਪ੍ਰਤੀ ਮਨ ਪਤੀਜ ਪਿਆ ਹੈ। ਬਾਬਾ ਨਾਮਦੇਵ ਜੀ ਕਹਿੰਦੇ ਹਨ
ਕਹਿਤ ਨਾਮ ਦਿਓ ਹਰ ਕੀ ਰਚਨਾ। ਦੇਖੋ ਹਿਰਦੇ ਵਿਚਾਰੀ ਇਸ ਦੁਨੀਆ ਦੇ ਲੋਕੋ ਕਿ ਪ੍ਰਮਾਤਮਾ ਦੀ ਸ੍ਰਿਸ਼ਟੀ ਜੋ ਰਚਨਾ ਹੈ ਇਹ ਉਹਦੀ ਰਚੀ ਹੋਈ ਹੈ। ਉਹਨੇ ਹੀ ਆਪਣੇ ਆਪ ਤੋਂ 84 ਲੱਖ ਜੀਵ ਪੈਦਾ ਕੀਤੇ ਹਨ। ਇਹ ਸਾਰੇ ਜੀਵਾਂ ਦੀ ਪ੍ਰਮਾਤਮਾ ਹੀ ਸੰਭਾਲ ਕਰਦਾ ਹੈ। ਕਹਿਤ ਨਾਮ ਦਿਓ ਹਰ ਕੀ ਰਚਨਾ। ਦੇਖੋ ਹਿਰਦੇ ਵਿਚਾਰੀ। ਭਾਈ ਪ੍ਰਮਾਤਮਾ ਦੀ ਇਸ ਮਹਾਨ ਕਿਰਪਾ ਨੂੰ ਆਪਣੇ ਹਿਰਦੇ ਵਿੱਚ ਧਾਰਨ ਕਰਨਾ ਚਾਹੀਦਾ ਹੈ। ਪ੍ਰਮਾਤਮਾ ਦੇ ਨਾਮ ਹਿਰਦੇ ਵਿੱਚ ਵਿਚਾਰ ਕਰਨੀ ਚਾਹੀਦੀ ਹੈ ਪ੍ਰਭੂ ਦੇ ਨਾਮ ਦੀ, ਅਤੇ ਪ੍ਰਭੂ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾਉਣਾ ਚਾਹੀਦਾ ਹੈ। ਉਹਦੀ ਰਚੀ ਹੋਈ ਸ੍ਰਿਸ਼ਟੀ ਦੇ ਜੀਵਾਂ ਦੇ ਵਿੱਚ ਹੀ ਪ੍ਰਮਾਤਮਾ ਦਾ ਵਾਸਾ ਹੈ। ਸਾਰੇ ਜੀਵਾਂ ਦੇ ਵਿੱਚ ਆਪ ਪ੍ਰਭੂ ਸਮਾਇਆ ਹੋਇਆ ਦਿਸ ਰਿਹਾ ਹੈ। ਭਗਤ ਨਾਮਦੇਵ ਜੀ ਕਹਿੰਦੇ ਹਨ, ਘਟ ਘਟ ਅੰਤਰ ਸਰਬ ਨਿਰੰਤਰ ਕੇਵਲ ਏਕ ਮੁਰਾਰੀ। ਘਟ ਹਿਰਦੇ ਨੂੰ ਕਿਹਾ ਜਾਂਦਾ ਕਿ ਹਰੇਕ ਘਟ ਹਿਰਦੇ ਵਿੱਚ ਮੇਰਾ ਪ੍ਰਭੂ ਸਮਾਇਆ ਹੋਇਆ ਹੈ। ਇਸ ਤਰ੍ਹਾਂ ਪ੍ਰਮਾਤਮਾ ਜਿਹੜਾ ਇੱਕ ਸਾਰ ਕੇਵਲ ਤੇ ਕੇਵਲ ਇੱਕ ਪ੍ਰਮਾਤਮਾ ਹੀ ਰਮਿਆ ਹੋਇਆ ਹਰੇਕ ਜੀਵ ਵਿੱਚ ਦਿਸ ਰਿਹਾ ਹੈ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਭਗਤ ਨਾਮਦੇਵ ਜੀ ਦੇ ਬਚਨਾਂ ਨੂੰ ਆਪਣੇ ਹਿਰਦੇ ਰੂਪੀ ਕਰ ਵਸਾ ਕੇ ਸੇਵਾ ਸਮਨ ਕਰਦੇ ਆਪਣਾ ਮੁਖਾਦ ਨੂੰ ਸਫਲਾ ਕਰੀਏ। ਸਤਿਗੁਰਾਂ ਦੀ ਪਵਿੱਤਰ ਬਾਣੀ ਦੀ ਵਿਚਾਰ ਕਰਦੇ ਸਮੇਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋ ਜਾਂਦੀਆਂ ਹਨ। ਆਪ ਸਰਬ ਸੰਗਤਾਂ ਗੁਰੂ ਸਾਹਿਬਾਨ ਜੀ ਬਖਸ਼ਣਯੋਗ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।